ਆਮ ਫਹਿਮ ਖਾਨ ਹੈ ਪੰਜਾਬ ਦੇ ਅੰਦਰ ਕਿ ਯਾਰਾਂ ਨੂੰ ਅਜ਼ਮਾਈਦਾ ਨਹੀਂ। ਤੇ ਲੇਕਿਨ ਅਸੀਂ ਕਿਸ ਤਰ੍ਹਾਂ ਇਹ ਪਰਖ ਕਰ ਸਕਦੇ ਹਾਂ ਕਿ ਜਿਸ ਬੰਦੇ ਦੇ ਸੰਗ ਅਸੀਂ ਚੱਲ ਪਏ ਹਾਂ ਇਹ ਖਾਨਦਾਨੀ ਹੈ ਜਾਂ ਬਦਨਸਲ? ਨਹੀਂ, ਇਹ ਤਾਂ ਪਤਾ ਨਹੀਂ ਕਿਸੇ ਬੇਵਕੂਫੀ ਐਵੇਂ ਮਿਸਾਲ ਦਿੱਤੀ ਹੈ, ਯਾਰਾਂ ਨੂੰ ਨਹੀਂ ਅਜ਼ਮਾਈਦਾ ਹੁੰਦਾ। ਕਿਉਂ ਨਹੀਂ ਅਜ਼ਮਾਈਦਾ ਹੁੰਦਾ? ਵਾਹ ਵਾਹ। ਬਲਕਿ ਮੈਂ ਤੇ ਉਹਨਾਂ ਜਿਉਂ ਹੀ ਸਟਾਰਟ ਦੇ ਦਿਨਾਂ 'ਚ ਹੀ ਅਜ਼ਮਾ ਲਵੋ ਉਹਨੂੰ। ਜਦੋਂ 30 ਸਾਲਾਂ ਬਾਅਦ ਅਜ਼ਮਾਇਆ ਜਿਹੜਾ ਨਾ, ਉਹ ਫਿਰ ਤੁਹਾਡੇ ਲਈ ਪਰੇਸ਼ਾਨੀ ਦਾ ਬਾਇਸ ਵੀ ਚੀਜ਼ ਬਣ ਸਕਦੀ ਹੈ। ਦੋਸਤਾਂ ਨੂੰ ਸ਼ੁਰੂ ਤੋਂ ਹੀ ਮੱਠਾ ਜਿਹਾ ਐਵੇਂ ਮਜ਼ਾਕ ਕੇ ਚੈੱਕ ਕਰ ਲਈਦਾ ਹੁੰਦਾ। ਜਦੋਂ ਦੋਸਤੀ ਸਟਾਰਟ ਤੇ ਅੱਬਲ ਤਾਂ ਮੈਂ ਸਮਝਣਾ ਵਾ ਵਜ਼ਾਦਾਰ ਬੰਦਾ ਨਾ, ਤੈਨੂੰ ਕਿਸੇ ਹੱਦ ਤੱਕ ਵੈਸੇ ਹੀ ਪਤਾ ਚੱਲ ਜਾਂਦਾ, ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਹੀ ਪਤਾ ਚੱਲ ਜਾਂਦਾ। ਠੀਕ ਹੈ, ਉਹ ਬਲਕਿ ਪਹਿਲੀ ਮੁਲਾਕਾਤ 'ਚ ਉਹਦੀਆਂ ਗੱਲਾਂ ਤੋਂ ਹੀ ਪਤਾ ਚੱਲ ਜਾਂਦਾ ਕਿ ਇਹ ਬੰਦੇ ਦਾ ਇਹਦੇ ਇਸ ਕਿਸ ਲੈਵਲ ਦਾ ਬੰਦਾ। ਲੇਕਿਨ ਬਹਰਹਾਲ ਮੈਂ ਸਮਝਣਾ ਵਾ ਕਿ ਅਗਰ ਤੁਸੀਂ ਨਵੀਂ ਕੋਈ ਦੋਸਤੀ ਕਰਨਾ ਚਾਹੁੰਦੇ ਹੋ ਨਾ, ਤਾਂ ਪਹਿਲੇ 2-4-6 ਮਹੀਨਿਆਂ 'ਚ ਨਾ ਕੋਈ ਵੈਸੇ ਹੀ ਐਜ਼ ਏ ਸਮਝੋ ਕਿ ਚੈੱਕ ਕਰਨ ਲਈ, ਤਾਂ ਕਿ ਉਹ ਆਂਦੇ ਨੇ ਡੁਲਿਆਂ ਬੇਰਾਂ ਦਾ ਉਸ ਟਾਈਮ ਕੁਛ ਨਹੀਂ ਗਿਆ ਹੁੰਦਾ। ਠੀਕ ਹੈ, ਤੇ ਅਗਰ ਤੁਸੀਂ ਦੇਖ ਲਓ ਉਹਨੂੰ, ਮਾੜਾ ਜਿਹਾ ਚੈੱਕ ਕਰ ਲਓ ਤੇ ਚੰਗੀ ਗੱਲ ਹੈ। ਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਜ਼ਮਾਈਦਾ ਨਹੀਂ ਹੁੰਦਾ, ਨਹੀਂ, ਮੇਰਾ ਨਹੀਂ ਖਿਆਲ। ਚੈੱਕ ਕਿੰਜ ਕਰੀਏ, ਉਹ ਨੁਕਤਾ ਦੱਸੋ। ਦੇਖੋ ਜੀ, ਚੈੱਕ ਦੇਖੋ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਚੈੱਕ ਕਰਨ ਲਈ। ਮੈਨੂੰ ਤਾਂ ਇਹ ਗੱਲ ਦਾ ਪਤਾ ਹੈ, ਜਿਹੜਾ ਤੁਹਾਡਾ ਮੁਖਲਸ ਦੋਸਤ ਹੁੰਦਾ ਨਾ, ਉਹਨੂੰ ਕਦੀ ਮਜ਼ਾਕ 'ਚ ਵੀ ਕੋਈ ਗੱਲ ਆਖੇ ਨਾ ਕਿ ਇਹ ਜਨਾਬ ਮੈਨੂੰ ਇਹ ਇਸ ਤਰ੍ਹਾਂ ਕੋਈ ਵੀ ਕੰਮ ਹੈ, ਕੋਈ ਫਟੀਕ ਹੀ ਸਮਝ ਲਓ। ਠੀਕ ਹੈ, ਕਿ ਯਾਰ ਇਸ ਤਰ੍ਹਾਂ, ਤੇ ਜਿਹੜਾ ਤੁਹਾਡਾ ਮੁਖਲਸ ਦੋਸਤ ਹੈ ਨਾ, ਉਹ ਸਵੇਰੇ ਦਿਨ ਚੜ੍ਹਦੇ ਨੂੰ ਨਾ ਉਹਨੇ ਤੁਹਾਡੇ ਅੱਗੇ ਹਰ ਟੇਬਲ ਤੇ ਹਾਜ਼ਰ ਕਰ ਦਿੱਤੀ ਹੁੰਦੀ ਹੈ ਇਹ ਚੀਜ਼। ਠੀਕ, ਵਾਹ 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 ਵਾਹ। ਠੀਕ ਹੈ, ਤੇ ਜਿਹੜਾ ਬੰਦਾ 2 ਨੰਬਰ ਹੁੰਦਾ ਨਾ, ਉਸੇ ਟਾਈਮ ਉਹਦਾ ਚਿਹਰੇ ਦਾ ਰੰਗ ਹੀ ਪੀਲਾ ਜਿਹਾ ਹੋ ਜਾਏ, ਜਿਵੇਂ ਸ਼ੂਗਰ ਨਹੀਂ ਹੋਈ ਉਹਨੂੰ, ਇੰਜ ਦਾ ਉਹਦਾ ਰੰਗ ਹੋ ਜਾਏਗਾ, ਪੀਲਾ ਜਿਹਾ, ਘਬਰਾ ਜਾਏਗਾ। ਠੀਕ ਹੈ, ਤਾਂ ਫਿਰ ਤੁਹਾਨੂੰ ਇਸ ਚੀਜ਼ ਤੋਂ ਵੀ ਪਤਾ ਚੱਲ ਜਾਏਗਾ ਕਿ ਇਹਨੇ ਕੱਲ੍ਹ ਨੂੰ ਮੁਸੀਬਤ 'ਚ ਨਹੀਂ ਕਦੀ ਖਲੋਣਾ। ਇਹ ਤਾਂ ਛੋਟੀ ਜੀ ਮੇਰੀ ਗੱਲ ਤੋਂ ਹੀ ਘਬਰਾ ਗਿਆ, ਤੇ ਕੱਲ੍ਹ ਨੂੰ ਜੇ ਕੋਈ ਵੱਡੀ ਮੁਸੀਬਤ ਪੈ ਗਈ ਤੇ ਇਹਨੇ ਕੰਡ ਪਿੱਛੇ ਨਹੀਂ ਖਲੋਣਾ। ਅੱਛਾ, ਯਾਰ ਹੁੰਦੇ ਨੇ 2 ਕਿਸਮ ਦੇ। ਇੱਕ ਯਾਰ ਹੁੰਦੇ ਨੇ ਵਿਆਹਾਂ ਦੇ ਭੰਗੜੇ ਪਾਉਣ ਲਈ, ਓਨਲੀ ਬਸ ਕੋਈ ਸਾਲਗਿਰਾ ਹੋਈ ਤੇ ਬੁਲਾ ਲਓ ਤੇ ਭੰਗੜੇ ਪਾਉਣਗੇ। ਕੋਈ ਮੇਰਾ ਵਿਆਹ ਸ਼ਿਆ ਹੋ ਗਿਆ ਤੇ ਢੋਲ ਦੇ ਦੜਾ ਲਗੇ ਜਨਾਬ, ਜ਼ਬਰਦਸਤ ਭੰਗੜੇ ਪਾਉਣਗੇ। ਇੱਕ ਉਹ ਦੋਸਤ ਨੇ, ਇੱਕ ਉਹ ਹੁੰਦੇ ਨੇ ਜਿਹੜੇ ਕੰਡ ਪਿੱਛੇ ਖਲੋਂਦੇ ਨੇ, ਉਹ ਭੰਗੜੇ ਨਹੀਂ ਪਾਉਂਦੇ। ਠੀਕ ਹੈ, ਲੇਕਿਨ ਉਹ ਮੁਸੀਬਤਾਂ 'ਚ ਰਲਦੇ ਨੇ। ਤੁਹਾਨੂੰ 2 ਕਿਸਮ ਦੇ ਦੋਸਤ ਬਣਾਉਣੇ ਚਾਹੀਦੇ ਨੇ। ਇੱਕ ਭੰਗੜੇ ਭੁੰਗੜੇ, ਚਲੋ ਵਿਆਹ 'ਚ ਵਾਹ ਜਿਵੇਂ ਖੁਸਰੇ ਬੁਲਾ ਲਈਦੇ ਨੇ ਵਿਆਹ ਤੇ, ਕਿ ਬਈ ਚਲੋ ਨੱਚ ਨੂਚਣ ਕੇ ਰੌਣਕ ਸ਼ੌਣਕ ਲੱਗ ਜੇ। ਮੈਂ ਖੁਸਰਿਆਂ ਤੋਂ ਬਗੈਰ ਰੌਣਕ ਦੀ ਨਾ ਲੱਗਦੀ ਵਿਆਹ 'ਚ। ਇੰਜ ਦੇ ਹੀ ਉਹ ਯਾਰ ਹੁੰਦੇ ਨੇ, ਤੇ ਰੌਣਕ ਸ਼ੌਣਕ ਭੰਗੜਾ ਪਾ ਲਿਆ। ਤੇ ਜਿਹੜੇ ਓਰੀਜਨਲ ਹੋਣਗੇ ਉਹ ਭੰਗੜਾ ਨਹੀਂ ਪਾਉਣਗੇ, ਲੇਕਿਨ ਖੁਦਾ ਦੀ ਕਸਮ, ਕੰਡ ਪਿੱਛੇ ਵੀ ਕੋਈ ਬੰਦਾ ਤੁਹਾਡੇ ਖਿਲਾਫ ਗੱਲ ਕਰੇਗਾ ਨਾ, ਉਹਦੇ ਗਲੇ ਪੈ ਜਾਣਗੇ। ਸਭ ਤੋਂ ਵੱਡੀ ਗੱਲ, ਕੋਈ ਬੰਦਾ ਕੰਡ ਪਿੱਛੇ ਤੁਹਾਡਾ ਯਾਰ ਤੁਹਾਡੀ ਬੁਰਾਈ ਨਹੀਂ ਸੁਣ ਸਕਦਾ, ਤੇ ਜਿਹੜਾ ਸੁਣ ਲਿਆ ਉਹਦੇ 'ਚ ਰੋ, ਉਹ ਯਾਰ ਹੀ ਨਹੀਂ। ਯਾਰ ਹੈ ਹੀ ਨਹੀਂ।